मानस की जात सबे एक है पहचान बो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਮਜਿੰਦਰਪਾਲ ਕੌਰ, ਯੂਨਾਈਟਿਡ ਸਿੱਖ ਸੰਸਥਾ ਦੀ ਇੰਟਰਨੈਸ਼ਨਲ ਲੀਗਲ ਡਾਇਰੈਕਟਰ। ਅੱਜ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਜੋ ਸਿੱਕਾ ਉਹਨਾਂ ਨੇ ਮਾਰਿਆ ਸੀ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਆਪਣੇ ਵਾਰਾਂ ਵਿੱਚ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹਦੇ ਬਾਰੇ, ਉਸ ਸਿੱਕੇ ਦੇ ਜੋ ਦੋ ਪਾਸੇ ਹਨ, ਉਹਦੇ ਬਾਰੇ ਤੁਹਾਡੇ ਨਾਲ ਮੈਂ ਆਪਣੇ ਖਿਆਲ ਸਾਂਝੇ ਕਰਨੇ ਹਨ ਤੇ ਤੁਹਾਨੂੰ ਪੁੱਛਣਾ ਹੈ ਕਿ 21 ਮਾਰਚ ਨੂੰ ਜੋ ਇੰਗਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ ਵਿੱਚ ਮਰਦਮਸ਼ੁਮਾਰੀ ਹੋਣ ਵਾਲੀ ਆਈ ਹੈ, ਉਸ ਵਿੱਚ ਤੁਸੀਂ ਇਸ ਸਿੱਕੇ ਦਾ ਜੋ ਹੱਕ ਹੈ, ਸਿੱਕੇ ਦੇ ਹੱਕ ਹੁੰਦੇ ਨੇ ਨਾ, ਇੱਕ ਸਿੱਕਾ ਇੱਕ ਸੋਵਰਨ ਹੁੰਦਾ, ਉਸ ਸਿੱਕੇ ਦੇ ਜਿਹੜੇ ਹੱਕ ਨੇ ਤੁਸੀਂ ਕਿਸ ਤਰ੍ਹਾਂ ਲਓਗੇ। ਉਹ ਸਿੱਕੇ ਦੇ ਕਿਹੜੇ ਦੋ ਪਾਸੇ ਨੇ? ਇੱਕ ਪਾਸਾ ਹੈ ਜਦੋਂ ਅਸੀਂ ਕਹਿੰਦੇ ਸਿੱਖ ਧਰਮ, ਦੂਸਰਾ ਪਾਸਾ ਹੈ ਸਿੱਖ ਕੌਮ। ਅਸੀਂ ਸਿੱਖ ਧਰਮ ਤੇ ਸਿੱਖ ਕੌਮ ਲਫ਼ਜ਼ ਵਰਤਦੇ ਆਏ ਹਾਂ, ਪਰ ਇਸ ਦਾ ਅੰਤਰ ਵੀ ਹੈ ਤੇ ਨਹੀਂ ਵੀ ਹੈ। ਜਦੋਂ ਸਾਨੂੰ ਬਰਗਾੜੀ ਕਾਂਡ ਵਿੱਚ ਜਦੋਂ ਬੇਅਦਬੀ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪਾਂ ਦੀ, ਉਦੋਂ ਸਾਡੇ ਲਈ ਉਹ ਸਿੱਖ ਧਰਮ ਦਾ ਮੁੱਦਾ ਸੀ। ਹੁਣ ਜੋ ਕਿਸਾਨਾਂ ਨਾਲ ਹੋ ਰਿਹਾ ਹੈ, ਜਿਸ ਕਰਕੇ ਕਿਸਾਨਾਂ ਦੀ ਜਿਹੜਾ ਭਵਿੱਖ ਹੈ ਬਹੁਤ ਔਖਾ ਲੱਗ ਰਿਹਾ ਹੈ, ਉਹ ਸਿੱਖਾਂ ਦਾ ਇੱਕ ਕੌਮੀ ਮਸਲਾ ਹੈ। ਦੋਵੇਂ ਮਸਲੇ ਸਿੱਖਾਂ ਦੇ ਨੇ ਤੇ ਸਿੱਖੀ ਨਾਲ ਜੁੜਦੇ ਨੇ। ਸੋ ਮਰਦਮਸ਼ੁਮਾਰੀ ਵਿੱਚ ਤੁਹਾਡੇ ਕੋਲ 50 ਪ੍ਰਸ਼ਨ ਹੋਣਗੇ ਜਿਹੜੇ ਤੁਸੀਂ ਜਵਾਬ ਦੇਣੇ ਨੇ। ਕਹਿੰਦੇ ਨੇ 10 ਮਿੰਟਾਂ 'ਚ ਦੇ ਦੋਗੇ, ਪਰ ਉਹਨਾਂ 50 ਪ੍ਰਸ਼ਨਾਂ ਵਿੱਚੋਂ 3 ਪ੍ਰਸ਼ਨ ਨੇ ਜਿਹੜੇ ਤੁਹਾਡੀ ਸਿੱਖੀ ਨਾਲ ਜੁੜੇ ਨੇ। ਇੱਕ ਪ੍ਰਸ਼ਨ ਹੈ ਤੁਹਾਡਾ ਧਰਮ ਕੀ ਹੈ, ਤੁਸੀਂ ਕਹਿ ਦੋਗੇ ਸਿੱਖ ਧਰਮ। ਫਿਰ ਦੂਸਰਾ ਪ੍ਰਸ਼ਨ ਹੈ ਵੀ ਤੁਹਾਡੀ ਮੇਨ ਬੋਲੀ ਕੀ ਹੈ, ਤੁਹਾਡੀ ਖਾਸ ਬੋਲੀ ਕੀ ਹੈ, ਤੇ ਤੁਸੀਂ ਕੀ ਜਵਾਬ ਦਿਓਗੇ? ਪੰਜਾਬੀ ਕਹੋਗੇ। ਇਸ ਕਰਕੇ ਕਹੋਗੇ ਕਿਉਂਕਿ ਸਿੱਖੀ ਤੇ ਪੰਜਾਬੀ ਦੀ ਜਿਹੜਾ ਰਿਸ਼ਤਾ ਹੈ ਉਹ ਐਸਾ ਹੈ ਕਿ ਤੁਸੀਂ ਭਾਵੇਂ ਕਿੰਨਾ ਵੀ ਚਾਹੋ, ਤੁਸੀਂ ਸਿੱਖੀ ਬਾਰੇ, ਗੁਰਬਾਣੀ ਬਾਰੇ ਪੰਜਾਬੀ ਰਾਹੀਂ ਹੀ ਬਹੁਤ ਚਿਰ ਤੱਕ ਸਿੱਖੋਗੇ। ਤੀਸਰਾ ਜਿਹੜਾ ਮੁੱਦਾ ਹੈ ਉਹ ਸਿੱਖ ਕੌਮ ਦਾ ਹੈ। ਜੇ ਇੱਕ ਸਿੱਖ ਲਈ ਉਸ ਦਾ ਧਰਮ ਤੇ ਉਸ ਦੀ ਕੌਮ ਮਾਇਨੇ ਰੱਖਦੀ ਹੈ, ਫਿਰ ਇਸ ਮਰਦਮਸ਼ੁਮਾਰੀ ਵਿੱਚ ਤੁਸੀਂ ਸਿੱਖ ਧਰਮ ਦਾ ਜਵਾਬ ਤਾਂ ਦੇ ਦੋਗੇ ਧਰਮ ਦੇ ਹੇਠਾਂ। ਜਿਹੜਾ ਜਵਾਬ ਮੈਂ ਹੁਣੇ ਦੱਸਾਂ ਵੀ ਉਹ ਜ਼ਰੂਰੀ ਦੇਣਾ ਨਹੀਂ ਹੈ, ਮਰਦਮਸ਼ੁਮਾਰੀ ਅਨੁਸਾਰ ਇੱਕ ਵੋਲੰਟਰੀ ਕੁਐਸਚਨ ਹੈ। ਮਤਲਬ ਤੁਸੀਂ ਜਵਾਬ ਵੀ ਨਾ ਦਿਓਗੇ, ਉਹਨਾਂ ਨੇ ਤੁਹਾਨੂੰ ਪੀਨਲਾਈਜ਼ ਨਹੀਂ ਕਰਨਾ ਵੀ ਤੁਸੀਂ ਮਰਦਮਸ਼ੁਮਾਰੀ ਪੂਰੀ ਨਹੀਂ ਕੀਤੀ। ਪਰ ਜਿਹੜਾ ਦੂਸਰਾ ਪ੍ਰਸ਼ਨ ਹੈ ਵੀ ਤੁਹਾਡੀ ਕੌਮ ਕੀ ਹੈ, ਉਹ ਕਿਹੜਾ ਪ੍ਰਸ਼ਨ ਹੋਏਗਾ? ਕਿਉਂਕਿ ਉਸ 50 ਪ੍ਰਸ਼ਨਾਂ ਵਿੱਚੋਂ ਸਿਰਫ ਇੱਕ ਹੀ ਪ੍ਰਸ਼ਨ ਆਉਂਦਾ ਹੈ ਜਿਹੜਾ ਤੁਹਾਡੀ ਕੌਮ ਨਾਲ ਜੁੜਿਆ ਹੈ, ਉਹ ਹੈ ਐਥਨੀਸਿਟੀ। ਹੁਣ ਸਾਡੇ ਬਜ਼ੁਰਗ, ਸਾਡੇ ਜਿਹੜੇ ਪੰਜਾਬੀ ਪੜ੍ਹਨ, ਸੁਣਨ, ਲਿਖਣ ਵਾਲੇ ਨੇ, ਉਹ ਕਹਿਣਗੇ ਇਹ ਲਫ਼ਜ਼ ਸਾਡੇ ਲਈ ਮਾਇਨੇ ਨਹੀਂ ਰੱਖਦਾ, ਅਸੀਂ ਸੁਣਦੇ ਆਏ ਹਾਂ ਐਥਨੀਸਿਟੀ, ਪਰ ਕੀ ਹੈ? ਇਹ ਸਾਡੀ ਸਿੱਖ ਕੌਮ ਹੈ। ਕਿਉਂ? ਕਿਉਂਕਿ ਹਰ ਇੱਕ ਲਫ਼ਜ਼ ਇਨਸਾਨ ਨੇ ਹੀ ਬਣਾਇਆ ਹੁੰਦਾ ਹੈ। ਐਥਨੀਸਿਟੀ ਲਫ਼ਜ਼ ਵੀ ਇਨਸਾਨ ਨੇ ਹੀ ਬਣਾਇਆ ਹੈ। ਕਈ ਲੋਕ ਜਿੱਦੀ ਵਿੱਚ ਪਏ ਨੇ ਵੀ ਇਹ ਲਫ਼ਜ਼ ਸਿਰਫ ਉਹਨਾਂ ਨਾਲ ਜੁੜਦਾ ਹੈ ਜਿਹੜਾ ਇੱਕ ਨਸਲ ਨਾਲ ਜੁੜਦਾ ਹੋਵੇ, ਜੈਨੇਟਿਕਸ ਨਾਲ ਜੁੜਦਾ ਹੋਵੇ, ਤੁਹਾਡੀ ਜਿਓਗ੍ਰਾਫੀ ਨਾਲ ਜੁੜਦਾ ਹੋਵੇ, ਜਿੱਥੋਂ ਤੁਸੀਂ ਆਏ ਹੋ। ਪਰ ਇਸੇ ਦੇਸ਼ ਦੇ ਹਾਊਸ ਆਫ ਲਾਰਡਸ ਦੇ ਵਿੱਚ ਜੋ 30 ਸਾਲ ਤੋਂ ਪਹਿਲਾਂ, 30 ਸਾਲ ਤੋਂ ਜ਼ਿਆਦਾ ਤੋਂ ਪਹਿਲਾਂ ਜਦ ਮਾਂਡਲਾ ਦੀ ਕੇਸ ਸੀ, ਉਸ ਕੇਸ ਵਿੱਚ ਹਾਊਸ ਆਫ ਲਾਰਡਸ ਨੇ ਪ੍ਰਤੱਖ, ਅੱਜ ਤੱਕ ਉਹ ਜੋ ਗੱਲ ਹਾਊਸ ਆਫ ਲਾਰਡਸ ਨੇ ਕਹੀ ਸੀ ਅੱਜ ਵੀ ਉਹ ਲਾਗੂ ਹੈ। ਲਿਖਿਆ ਸੀ ਵੀ ਸਿੱਖ ਇੱਕ ਧਰਮ ਸਿਰਫ ਨਹੀਂ ਹੈ, ਉਹ ਇੱਕ ਐਥਨੀਸਿਟੀ ਵੀ ਹੈ। ਨਾਓ ਐਥਨੀਸਿਟੀ ਲਫ਼ਜ਼ ਜੇ ਤੁਸੀਂ ਕਹੋ ਪੰਜਾਬੀ ਵਿੱਚ ਕੀ ਹੋਏਗਾ, ਮੈਂ ਕਹਾਂਗੀ ਕੌਮ ਹੈ, ਕਿਉਂਕਿ ਹੋਰ ਕੋਈ ਲਫ਼ਜ਼ ਹੀ ਨਹੀਂ ਹੈ ਇਸ ਮਰਦਮਸ਼ੁਮਾਰੀ ਵਿੱਚ। ਜੇ ਮਰਦਮਸ਼ੁਮਾਰੀ ਵਿੱਚ ਹੋਰ ਕੋਈ ਲਫ਼ਜ਼ ਨਹੀਂ ਹੈ ਤੇ ਉਹ ਕਹਿੰਦੇ ਆਏ ਨੇ, ਗੌਰਮੈਂਟ ਕਹਿੰਦੀ ਆਈ ਹੈ, ਮਰਦਮਸ਼ੁਮਾਰੀ ਅਨੁਸਾਰ ਇੱਕ ਗੌਰਮੈਂਟ ਦਾ ਮਹਿਕਮਾ ਤੁਹਾਡੀਆਂ ਲੋੜਾਂ ਤੇ ਤੁਹਾਡੀ ਫੰਡਿੰਗ ਨੀਡਸ, ਤੁਹਾਡੀ ਫੰਡਿੰਗ, ਕਿੰਨੇ ਪੈਸੇ ਤੁਹਾਨੂੰ ਫੰਡਿੰਗ ਵਾਸਤੇ ਦਈਏ, ਅਸੀਂ ਇਸ ਦਾ ਡਿਸੀਜ਼ਨ ਲੈਂਦੇ ਹਾਂ ਮਰਦਮਸ਼ੁਮਾਰੀ ਦੇ ਨੰਬਰਾਂ ਰਾਹੀਂ। ਪਰ ਜੇ ਮਰਦਮਸ਼ੁਮਾਰੀ ਵਿੱਚ ਤੁਸੀਂ ਆਪਣੀ ਕੌਮੀ ਪਛਾਣ ਨਹੀਂ ਦਿੱਤੀ, ਮਤਲਬ ਵੀ ਜਿੱਥੇ ਧਰਮ ਦੀ ਆਪਸ਼ਨਲ ਕੁਐਸਚਨ ਹੈ, ਮਤਲਬ ਜਿੱਥੇ ਜ਼ਰੂਰੀ ਕੁਐਸਚਨ ਨਹੀਂ ਹੈ, ਤੁਸੀਂ ਜ਼ਰੂਰ ਕਾਂਟਾ ਮਾਰਿਆ ਹੈ ਜਾਂ ਟਿਕ ਕੀਤਾ ਹੋਏਗਾ ਜਾਂ ਭਰਿਆ ਹੈ। ਪਰ ਜਿੱਥੇ ਐਥਨੀਸਿਟੀ ਹੈ, ਕਿਉਂਕਿ ਇਸ ਮਰਦਮਸ਼ੁਮਾਰੀ ਦਾ ਮੰਤਵ ਹੀ ਇਹ ਹੈ
ਗੌਰਮੈਂਟ ਦੇ ਵੈਬਸਾਈਟ ਤੇ ਕਿਹਾ ਹੈ ਵੀ ਇਸ ਮਰਦਮਸ਼ੁਮਾਰੀ ਅਨੁਸਾਰ ਅਸੀਂ ਆਪਣੇ ਪਲਾਨਸ ਬਣਾਵਾਂਗੇ ਸਾਡੇ ਵਾਸੀਆਂ ਵਾਸਤੇ, ਦੇਸ਼ ਵਾਸੀਆਂ ਵਾਸਤੇ, ਵੀ ਅਸੀਂ ਸਾਡੀ ਜਿਹੜੀ ਖਜ਼ਾਨਾ ਹੈ, ਖਜ਼ਾਨੇ ਦੇ ਪੈਸੇ ਕਿਸ ਤਰ੍ਹਾਂ ਖਰਚਣੇ ਹਨ, ਅਸੀਂ ਇਸ ਮਰਦਮਸ਼ੁਮਾਰੀ ਅਨੁਸਾਰ ਬਣਾਵਾਂਗੇ। ਤੇ ਜੇ ਮਰਦਮਸ਼ੁਮਾਰੀ ਵਿੱਚ ਐਥਨੀਸਿਟੀ ਵਿੱਚ ਤੁਸੀਂ ਸਿੱਖ ਨਹੀਂ ਪਾਓਗੇ, ਮਤਲਬ ਵੀ ਜੋ ਉਹਨਾਂ ਨੇ ਆਪਣੇ ਖਰਚਾ ਖਜ਼ਾਨੇ 'ਚੋਂ ਕਰਨਾ ਹੈ ਜਾਂ ਪਲਾਨਸ ਬਣਾਉਣੇ ਹਨ, ਤੁਹਾਡੇ ਕੌਮੀ ਮਸਲਿਆਂ ਵਿੱਚ ਨਹੀਂ ਆਏਗਾ ਉਹਨਾਂ ਦਾ ਹਿਸਾਬ, ਤੁਹਾਡੇ ਧਰਮ ਵਿੱਚ ਆਏਗਾ, ਉਹ ਵੀ ਆਪਸ਼ਨਲੀ ਜੇ ਤੁਸੀਂ ਸਾਰਿਆਂ ਨੇ ਧਰਮ ਭਰਿਆ ਹੋਏਗਾ। ਸੋ ਇਸ ਕਰਕੇ ਜੋ ਮਰਦਮਸ਼ੁਮਾਰੀ 21 ਤਰੀਕ ਆ ਰਹੀ ਹੈ, ਤੁਸੀਂ ਜ਼ਰੂਰ ਆਪਣੀ ਕੌਮੀ ਪਾਸਾ ਹੈ ਜੋ ਸਿੱਕੇ ਦਾ, ਉਸ ਨੂੰ ਪਛਾਣ ਕੇ ਤੁਸੀਂ ਜ਼ਰੂਰ ਕੌਮੀ ਜੋ ਪ੍ਰਸ਼ਨ ਹੈ, ਜੋ ਪ੍ਰਸ਼ਨ ਨੰਬਰ 15 ਹੈ, ਉਸ ਨੂੰ ਤੁਸੀਂ ਸਿੱਖ ਭਰਨਾ ਹੈ। ਤੁਸੀਂ ਇਹ ਨਹੀਂ ਕਹਿਣਾ ਵੀ ਐਥਨੀਸਿਟੀ ਜੁੜੀ ਹੈ ਨਸਲ ਨਾਲ, ਜੀਨਸ ਨਾਲ, ਜੀਓਗ੍ਰਾਫੀ ਨਾਲ, ਕਿਉਂਕਿ ਹਾਊਸ ਆਫ ਲਾਰਡਸ ਨੇ ਕਹਿਤਾ ਜੇ ਇੱਕ ਲੋਕ ਜਿਨ੍ਹਾਂ ਦਾ ਪਿਛੋਕੜ ਜੁੜਿਆ ਹੈ ਧਰਮ, ਸੱਭਿਅਤਾ, ਰਹਿਣੀ ਬਹਿਣੀ, ਸਿੱਖੀ ਦੀ ਜਿਹੜੀ ਰਹਿਣੀ ਹੈ, ਰਹਿਤ ਮਰਿਆਦਾ ਹੈ, ਉਹਦੀ ਰਹਿਣੀ ਹੈ। ਸਿੱਖ ਲਈ ਇਹ ਨਹੀਂ ਫਰਕ ਪੈਂਦਾ ਵੀ ਉਹ ਰਸ਼ੀਅਨ ਸਿੱਖ ਹੈ, ਕਿ ਉਹ ਅਫਰੀਕਨ ਸਿੱਖ ਹੈ, ਕਿ ਉਹ ਮਲੇਸ਼ੀਅਨ ਸਿੱਖ ਹੈ। ਜੇ ਉਸ ਦੀ ਰਹਿਣੀ ਉਸ ਦੀ ਇੱਕ ਹੈ ਤੇ ਫਿਰ ਉਸ ਦੀ ਐਥਨੀਸਿਟੀ ਇੱਕ ਹੈ। ਅਸੀਂ ਪਲੀਜ਼ ਇਸ ਗੱਲ ਨੂੰ ਭੁੱਲ ਜਾਈਏ ਵੀ ਐਥਨੀਸਿਟੀ ਜੈਨੇਟਿਕਸ ਨਾਲ ਜੁੜੀ ਹੁੰਦੀ ਹੈ, ਵੀ ਤੁਹਾਡੀ ਨਸਲ ਨਾਲ ਜੁੜੀ ਹੈ। ਨਸਲ ਇੱਕ ਕ੍ਰਾਈਟੀਰੀਆ ਹੋ ਸਕਦਾ ਹੈ, ਇੱਕ ਚਿੰਨ੍ਹ ਹੋ ਸਕਦਾ ਹੈ, ਪਰ ਅਸੀਂ ਨਸਲ ਦਾ ਚਿੰਨ੍ਹ ਨਹੀਂ ਰੱਖਿਆ। ਸਿੱਖੀ ਨੇ ਕਿਹਾ ਨਸਲ ਇੱਕ ਹੈ, ਵੀ ਇੱਕ ਹੀ ਸਾਡੀ ਜਾਤ ਹੈ, ਉਹ ਮਾਨਸ ਦੀ ਜਾਤ ਹੈ। ਬਾਕੀ ਸਾਡੀ ਜਿਹੜੀ ਰਹਿਣੀ ਹੈ, ਜੋ ਸਾਡਾ ਧਰਮ ਹੈ, ਉਹ ਵੱਖੋ ਵੱਖਰਾ ਵਾਹਿਗੁਰੂ ਨੇ ਬਣਾਇਆ ਹੈ। ਇਸ ਕਰਕੇ ਸਿੱਖ ਧਰਮ ਯਹੂਦੀਆਂ ਦਾ ਧਰਮ ਹੈ, ਮੁਸਲਮਾਨਾਂ ਦਾ ਧਰਮ ਹੈ, ਪਰ ਜਿਹੜੀ ਸਾਡੀ ਕੌਮ ਹੈ, ਸਿੱਖ ਕੌਮ, ਉਹ ਐਥਨੀਸਿਟੀ ਹੈ। ਸੋ ਤੁਸੀਂ 21 ਤਰੀਕ ਆਪਣਾ ਫਰਜ਼ ਨਿਭਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मानस की जात सब है, एक है पहचान वो।